ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਹੋ ਤੁਸੀਂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਕੈਨੇਡਾ ਵਿੱਚੋਂ ਟਰੈਵਲ ਕਰਨ ਵਾਲੇ ਕਈ ਯਾਤਰੀਆਂ ਨੂੰ ਆ ਰਹੀਆਂ ਦਿੱਕਤਾਂ ਦੇ ਬਾਰੇ ਦੱਸਾਂਗੇ ਤੇ ਕੈਨੇਡਾ ਸਰਕਾਰ ਦੇ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੇ ਬਾਰੇ ਵੀ। ਦੇਸ਼ ਭਰ ਵਿੱਚ ਕਾਮਿਆਂ ਦੀ ਕਮੀ ਦੇ ਨਾਲ ਜੂਝ ਰਹੇ ਨੇ ਵਪਾਰ। ਕਾਮਿਆਂ ਨੂੰ ਆਕਰਸ਼ਿਤ ਕਰਨ ਦੇ ਲਈ ਕੋਸ਼ਿਸ਼ਾਂ, ਸਰਕਾਰੀ ਮਦਦ ਦੇ ਨਾਲ ਵੀ ਸਹੂਲਤ। ਐਲਬਰਟਾ ਵਿੱਚ ਕੋਵਿਡ ਹਦਾਇਤਾਂ ਨੂੰ ਜਲਦ ਹਟਾਉਣ ਦਾ ਐਲਾਨ ਹੋਣ ਤੋਂ ਬਾਅਦ ਸੈਂਕੜਿਆਂ ਨੇ ਕੀਤੀ ਰੈਲੀ, ਹਦਾਇਤਾਂ ਨਾ ਹਟਾਉਣ ਦੀ ਮੰਗ। ਕੈਨੇਡਾ ਵਿੱਚ ਵਿਦਿਆਰਥੀਆਂ ਦੀ ਗ੍ਰਾਂਟ ਦੁੱਗਣੀ ਕਰਨ ਦਾ ਐਲਾਨ ਕੱਲ੍ਹ ਤੋਂ ਹੋ ਰਿਹਾ ਹੈ ਲਾਗੂ। ਦਵਾਂਗੇ ਇਸ ਦੇ ਬਾਰੇ ਜਾਣਕਾਰੀ। ਟੋਰਾਂਟੋ ਵਿੱਚ ਗੱਡੀ ਦੇ ਨਾਲ 2 ਸਾਲ ਦੇ ਬੱਚੇ ਦੀ ਹੋਈ ਟੱਕਰ, ਬੱਚੇ ਨੇ ਮੌਕੇ ਤੇ ਹੀ ਤੋੜਿਆ ਦਮ। ਕੈਨੇਡਾ ਭਰ ਵਿੱਚ ਅੱਜ ਕਈ ਥਾਵਾਂ ਦੇ ਉੱਤੇ ਮੂਲ ਨਿਵਾਸੀਆਂ ਦੇ ਵੱਲੋਂ ਪ੍ਰਦਰਸ਼ਨ ਕੀਤੇ ਗਏ। ਜਸਟਿਨ ਟਰੂਡੋ ਤੋਂ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਬੱਚਿਆਂ ਨਾਲ ਹੋਏ ਵਤੀਰੇ ਦੇ ਲਈ ਜਾਂਚ ਦੀ ਮੰਗ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ। ਕੋਵਿਡ-19 ਦੇ ਦੌਰਾਨ ਜਦੋਂ ਟਰੈਵਲ ਹਦਾਇਤਾਂ ਲੱਗੀਆਂ ਤਾਂ ਉਸ ਤੋਂ ਬਾਅਦ ਹਦਾਇਤਾਂ ਨੂੰ ਵੱਖੋ-ਵੱਖਰੇ ਦੇਸ਼ਾਂ ਦੇ ਵੱਲੋਂ ਜਦੋਂ ਖੋਲ੍ਹਿਆ ਜਾਣ ਲੱਗਿਆ ਤਾਂ ਇਸ ਮੌਕੇ ਹੋਰ ਹਦਾਇਤਾਂ ਲਾਈਆਂ ਗਈਆਂ ਕਿ ਕੋਵਿਡ-19 ਦੇ ਟੀਕੇ ਜਿਨ੍ਹਾਂ ਦੇ ਲੱਗੇ ਹੋਏ ਨੇ ਕਈ ਦੇਸ਼ ਸਿਰਫ ਉਹਨਾਂ ਹੀ ਬਾਹਰਲੇ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਐਂਟਰੀ ਦੇ ਰਹੇ ਨੇ। ਪਰ ਹੁਣ ਇਸ ਦੇ ਵਿੱਚ ਜਿਨ੍ਹਾਂ ਨੂੰ ਵੈਕਸੀਨੇਟਡ ਮੰਨਿਆ ਜਾ ਰਿਹਾ ਹੈ ਉਸ ਦੇ ਪਿੱਛੇ ਵੀ ਇੱਕ ਕਾਫੀ ਵੱਡਾ ਸਵਾਲ ਇਸ ਸਮੇਂ ਸਾਹਮਣੇ ਆ ਰਿਹਾ ਹੈ ਕਿ ਜਿਵੇਂ ਕਿ ਕੈਨੇਡਾ ਦੇ ਵਿੱਚ ਇਹ ਹੋਇਆ ਕਿ ਪਹਿਲਾਂ ਤਾਂ ਵੱਡੀ ਗਿਣਤੀ ਵਿੱਚ ਕੈਨੇਡਾ ਵਾਸੀਆਂ ਦੇ ਐਸਟਰਾਜ਼ੈਨੇਕਾ ਦੇ ਟੀਕੇ ਦੀ ਪਹਿਲੀ ਡੋਜ਼ ਲੱਗ ਗਈ ਤਾਂ ਫਿਰ ਉਸ ਤੋਂ ਬਾਅਦ ਜਦੋਂ ਐਸਟਰਾਜ਼ੈਨੇਕਾ ਦੇ ਟੀਕੇ ਲੱਗਣ ਤੋਂ ਬਾਅਦ ਕਾਫੀ ਗਿਣਤੀ ਵਿੱਚ ਬਲੱਡ ਕਲੌਟ ਬਣਨ ਦੇ ਮਾਮਲੇ ਸਾਹਮਣੇ ਆਉਣ ਲੱਗੇ ਤਾਂ ਸਿਹਤ ਵਿਭਾਗ ਨੇ ਫੈਸਲਾ ਸੁਣਾ ਦਿੱਤਾ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਦੂਜੀ ਟੀਕੇ ਦੀ ਡੋਜ਼ ਹੈ ਉਹ ਕਿਸੇ ਹੋਰ ਕੰਪਨੀ ਦੀ ਲਗਵਾਈ ਜਾ ਸਕਦੀ ਹੈ। ਤਾਂ ਫਿਰ ਉਸ ਤੋਂ ਬਾਅਦ ਜਿਨ੍ਹਾਂ ਦੇ ਪਹਿਲੀ ਡੋਜ਼ ਐਸਟਰਾਜ਼ੈਨੇਕਾ ਦੀ ਲੱਗੀ ਹੋਈ ਸੀ ਉਹਨਾਂ ਵਿੱਚ ਕਈਆਂ ਨੇ ਤਾਂ ਦੂਜੀ ਐਸਟਰਾਜ਼ੈਨੇਕਾ ਦੀ ਹੀ ਲਗਵਾ ਲਈ, ਪਰ ਬਹੁਤ ਗਿਣਤੀ ਅਜਿਹੇ ਕੈਨੇਡਾ ਵਾਸੀ ਨੇ ਜਿਨ੍ਹਾਂ ਦੇ ਦੂਜੀ ਡੋਜ਼ ਮੋਡਰਨਾ ਦੇ ਟੀਕੇ ਦੀ ਲੱਗੀ ਹੈ। ਇਸ ਤੋਂ ਬਾਅਦ ਹੁਣ ਉਹਨਾਂ ਦੇ ਵਾਸਤੇ ਦਿੱਕਤਾਂ ਆ ਰਹੀਆਂ ਨੇ ਜਦੋਂ ਉਹ ਟਰੈਵਲ ਕਰ ਰਹੇ ਨੇ ਤਾਂ ਉਸ ਮੌਕੇ ਵੱਡੀ ਗਿਣਤੀ ਅਜਿਹੇ ਦੇਸ਼ ਨੇ ਜਿਨ੍ਹਾਂ ਦੇ ਵੱਲੋਂ ਵੈਕਸੀਨੇਟਡ ਲੋਕਾਂ ਨੂੰ ਹੀ ਐਂਟਰੀ ਦਿੱਤੀ ਜਾ ਰਹੀ ਹੈ, ਪਰ ਉਹਨਾਂ ਦੇ ਵੱਲੋਂ ਜਿਨ੍ਹਾਂ ਨੇ 2 ਵੱਖੋ-ਵੱਖਰੀਆਂ ਕੰਪਨੀਆਂ ਦੀਆਂ ਟੀਕੇ ਦੀਆਂ ਡੋਜ਼ਸ ਲਗਵਾਈਆਂ ਉਹਨਾਂ ਨੂੰ ਵੈਲਿਡ ਨਹੀਂ ਮੰਨਿਆ ਜਾ ਰਿਹਾ। ਉਹਨਾਂ ਨੂੰ ਐਂਟਰੀ ਮੌਕੇ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਲੈ ਕੇ ਕੈਨੇਡਾ ਸਰਕਾਰ ਤੋਂ ਲਗਾਤਾਰ ਮੰਗ ਵੀ ਕੀਤੀ ਜਾ ਰਹੀ ਹੈ। ਤਾਂ ਉਧਰ ਕੈਨੇਡਾ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਇਸ ਗੱਲ ਦੇ ਉੱਤੇ ਕੰਮ ਕਰ ਰਹੇ ਨੇ, ਪਰ ਜਿਵੇਂ ਕਿ ਇੱਕ ਦੇਸ਼ ਦੇ ਵੱਲੋਂ ਜਦੋਂ ਪਾਲਿਸੀ ਬਣਾਈ ਜਾਂਦੀ ਹੈ ਕੋਈ ਛੋਟੀ ਗੱਲ ਤਾਂ ਹੈ ਨਹੀਂ, ਤਾਂ ਇਸ ਦੇ ਉੱਤੇ ਸਮਾਂ ਵੀ ਲੱਗਦਾ ਹੈ। ਤਾਂ ਇਸੇ ਨੂੰ ਲੈ ਕੇ ਕਿਸੇ ਦੇਸ਼ ਨੇ ਜਦੋਂ ਆਪਣੀ ਪਾਲਿਸੀ ਬਦਲਣੀ ਹੈ ਤਾਂ ਉਸ ਦੇ ਵਾਸਤੇ ਵੀ ਜੋ ਸਮਾਂ ਲੱਗਦਾ ਹੈ ਉਹੀ ਸਮਾਂ ਇਸ ਸਮੇਂ ਲੱਗ ਰਿਹਾ ਹੈ ਮੰਨਿਆ ਜਾ ਰਿਹਾ ਹੈ, ਕਿਉਂਕਿ ਕੈਨੇਡਾ ਸਰਕਾਰ ਦੇ ਵੱਲੋਂ ਵੱਖੋ-ਵੱਖਰੇ ਦੇਸ਼ਾਂ ਦੇ ਨਾਲ ਇਸ ਸੰਬੰਧੀ ਸੰਪਰਕ ਕੀਤਾ ਗਿਆ ਹੈ। ਇੱਥੇ ਜ਼ਿਕਰ ਖਾਸ ਹੈ ਕਿ ਜਿਹੜੇ NDP ਲੀਡਰ ਜਗਮੀਤ ਸਿੰਘ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਹਨਾਂ ਨੇ ਵੀ ਜਿਹੜੇ ਟੀਕੇ ਦੀ ਪਹਿਲੀ ਡੋਜ਼ ਐਸਟਰਾਜ਼ੈਨੇਕਾ ਦੀ ਲਗਵਾਈ ਸੀ ਤੇ ਦੂਜੀ ਮੋਡਰਨਾ ਦੇ ਟੀਕੇ ਦੀ ਲਗਵਾਈ ਸੀ। ਤੇ ਇਸ ਮੌਕੇ ਕਰੂਜ਼ ਸ਼ਿਪ ਦੇ ਉੱਤੇ ਤਾਂ ਜਿਨ੍ਹਾਂ ਨੂੰ ਇਹ ਦਿੱਕਤ ਆ ਰਹੀ ਸੀ ਉਹਨਾਂ ਵਿੱਚ ਕਈ ਕੰਪਨੀਆਂ ਨੇ ਐਲਾਨ ਕਰ ਦਿੱਤਾ ਕਿ ਜਿਨ੍ਹਾਂ ਨੇ ਮਿਕਸ ਕੰਪਨੀਆਂ ਦੀਆਂ ਡੋਜ਼ਸ ਲਗਵਾਈਆਂ ਹੋਈਆਂ ਨੇ ਉਹਨਾਂ ਨੂੰ ਮਾਨਤਾ ਦੇ ਦਿੱਤੀ ਗਈ ਹੈ ਕਿ ਉਹ ਕਰੂਜ਼ ਸ਼ਿਪ ਤੇ ਆ ਸਕਦੇ ਨੇ, ਪਰ ਹਜੇ ਵੀ ਕਾਫੀ ਦੇਸ਼ਾਂ ਦੇ ਵੱਲੋਂ ਇਸ ਦੇ ਉੱਤੇ ਹਜੇ ਮਾਨਤਾ ਨਹੀਂ ਦਿੱਤੀ ਜਾ ਰਹੀ ਜਿਸ ਦੇ ਉੱਤੇ ਕੰਮ ਚੱਲ ਰਿਹਾ ਹੈ। ਤੇ ਇਸੇ ਨੂੰ ਲੈ ਕੇ ਕੈਨੇਡਾ ਵਾਸੀਆਂ ਤੱਕ ਕੈਨੇਡਾ ਸਰਕਾਰ ਦੇ ਵੱਲੋਂ ਸੰਦੇਸ਼ ਪਹੁੰਚਾਇਆ ਜਾ ਰਿਹਾ ਹੈ ਕਿ ਉਹ ਇਸ ਸੰਬੰਧੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਗੱਲਬਾਤ ਵੀ ਕਰ ਰਹੇ ਨੇ ਤੇ ਇਸ ਦੇ ਉੱਤੇ ਕੰਮ ਵੀ ਕੀਤਾ ਜਾ ਰਿਹਾ ਹੈ, ਜਿਸ ਦੇ ਲਈ ਸਬਰ ਰੱਖਣ ਲਈ ਕਿਹਾ ਜਾ ਰਿਹਾ ਹੈ ਕਿ ਆਉਂਦੇ ਕੁਝ ਸਮੇਂ ਦੇ ਵਿੱਚ ਹੀ ਉਹਨਾਂ ਦੇਸ਼ਾਂ ਦੇ ਵੱਲੋਂ ਜਿਨ੍ਹਾਂ ਨੇ ਹਜੇ ਮਾਨਤਾ ਨਹੀਂ ਦਿੱਤੀ 2 ਵੱਖੋ-ਵੱਖਰੇ ਟੀਕੇ ਲਗਵਾਉਣ ਵਾਲਿਆਂ ਨੂੰ ਉਹ ਵੀ ਦੇ ਦਿੱਤੀ ਜਾਵੇਗੀ, ਇਸ ਦਾ ਭਰੋਸਾ ਦਿੱਤਾ ਗਿਆ ਹੈ। ਹੁਣ ਰੁਖ ਅਗਲੀ ਖਬਰ ਦੇ ਵੱਲ ਕਰਾਂਗੇ। ਜਦੋਂ ਕੋਵਿਡ-19 ਦੇ ਕਰਕੇ ਹਾਲਾਤ ਕਾਫੀ ਖਰਾਬ ਹੋ ਗਏ ਸਨ, ਵੱਡੀ ਗਿਣਤੀ ਵਪਾਰਾਂ ਦੇ ਵਿੱਚੋਂ ਕਾਮਿਆਂ ਨੂੰ ਜਾਂ ਤਾਂ ਕੱਢਿਆ ਗਿਆ ਜਾਂ ਫਿਰ ਉਹਨਾਂ ਨੂੰ ਘਰ ਤੋਂ ਕੰਮ ਕਰਨ ਦੇ ਵਾਸਤੇ ਕਿਹਾ ਗਿਆ, ਤਾਂ ਫਿਰ ਮੁੜ ਤੋਂ ਹੁਣ ਜਦੋਂ ਕੰਮ ਲੀਹ ਦੇ ਉੱਤੇ ਆ ਰਹੇ ਨੇ ਤਾਂ ਕਾਮਿਆਂ ਨੂੰ ਜਿੱਥੇ ਇੱਕ ਪਾਸੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇੱਕ ਤਰ੍ਹਾਂ ਨਾਲ ਉਹ ਆਪਣੇ ਘਰ ਦੇ ਵਿੱਚ ਕੰਮ ਕਰਨ ਦੀ ਆਦਤ ਪਾ ਚੁੱਕੇ ਸਨ ਤਾਂ ਮੁੜ ਤੋਂ ਕੰਮ ਦੇ ਉੱਤੇ ਜਾਣ ਦੇ ਵਾਸਤੇ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ। ਤਾਂ ਦੂਜੇ ਪਾਸੇ ਜਿਹੜੇ ਕਾਮਿਆਂ ਦੇ ਹੱਥੋਂ ਕੰਮ ਚੱਲਿਆ ਗਿਆ ਸੀ ਉਹਨਾਂ ਨੇ ਹੋਰ ਥਾਵਾਂ ਦੇ ਉੱਤੇ ਕੰਮ ਲੱਭ ਲਿਆ, ਪਰ ਜਿਹੜੇ ਵਪਾਰ ਹੁਣ ਕੋਵਿਡ-19 ਦੇ ਕਰਕੇ ਜੋ ਹਾਲਾਤ ਸੁਧਰੇ ਨੇ ਉਸ ਤੋਂ ਬਾਅਦ ਹੁਣ ਖੁੱਲ੍ਹ ਰਹੇ ਨੇ ਉਹਨਾਂ ਨੂੰ ਕਾਮੇ ਲੱਭਣ ਦੇ ਵਿੱਚ ਕਾਫੀ ਦਿੱਕਤ ਆ ਰਹੀ ਹੈ। ਇਸ ਸਮੇਂ ਵੱਖੋ-ਵੱਖਰੇ ਸ਼ਹਿਰਾਂ ਦੇ ਵਿੱਚ ਹਾਇਰਿੰਗ ਕਾਫੀ ਜ਼ਿਆਦਾ ਚੱਲ ਰਹੀ ਹੈ, ਕੰਮ ਦੇ ਵਾਸਤੇ ਕਾਮੇ ਨਹੀਂ ਮਿਲ ਰਹੇ। ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਮਦਦ ਦੇ ਨਾਲ ਵਪਾਰਾਂ ਦੇ ਵੱਲੋਂ ਆਪਣਾ ਕੰਮ ਮੁੜ ਤੋਂ ਸ਼ੁਰੂ ਤਾਂ ਕੀਤਾ ਜਾ ਰਿਹਾ ਹੈ, ਪਰ ਵੱਖੋ-ਵੱਖਰੀਆਂ ਐਸੋਸੀਏਸ਼ਨਸ ਨੇ, ਵਪਾਰਾਂ ਦੀਆਂ ਜਿਹੜੀਆਂ ਸੰਸਥਾਵਾਂ ਵੀ ਨੇ ਉਹਨਾਂ ਦੇ ਵੱਲੋਂ ਵੀ ਇਸੇ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕਿ ਕਾਮਿਆਂ ਦੀ ਕਮੀ ਦੇ ਨਾਲ ਉਹ ਜੂਝ ਰਹੇ ਨੇ, ਜਿਸ ਕਰਕੇ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ ਤੇ ਕਾਮਿਆਂ ਨੂੰ ਆਕਰਸ਼ਿਤ ਕਰਨ ਦੇ ਵਾਸਤੇ ਵੱਖੋ-ਵੱਖਰੇ ਤਰੀਕੇ ਵੀ ਇਸ ਸਮੇਂ ਵਪਾਰੀਆਂ ਦੇ ਵੱਲੋਂ ਅਪਣਾਏ ਜਾ ਰਹੇ ਨੇ।
ਇੱਥੋਂ ਤੱਕ ਕਿ ਕਈਆਂ ਦੇ ਵੱਲੋਂ ਜਿਹੜੀ ਤਨਖਾਹ ਹੈ ਉਸ ਦੇ ਵਿੱਚ ਵੀ ਵਾਧਾ ਕੀਤੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਜੇਕਰ ਉਹਨਾਂ ਦੇ ਕੰਮ ਦੇ ਉੱਤੇ ਵਾਪਸ ਆਉਂਦੇ ਨੇ, ਉਹਨਾਂ ਨੂੰ ਕੰਮ ਦੇ ਉੱਤੇ ਵਾਪਸ ਬੁਲਾਉਣ ਦੇ ਵਾਸਤੇ। ਤਾਂ ਦੂਜੇ ਪਾਸੇ ਜਿਵੇਂ ਕਿ ਇਸ ਸਮੇਂ ਵਿਦਿਆਰਥੀ ਵੀ ਫੁੱਲ ਟਾਈਮ ਕੰਮ ਕਰ ਰਹੇ ਨੇ, ਤਾਂ ਸਤੰਬਰ ਤੋਂ ਉਹਨਾਂ ਦੀ ਵੀ ਪੜ੍ਹਾਈ ਸ਼ੁਰੂ ਹੋ ਜਾਣੀ ਹੈ। ਤਾਂ ਉਸ ਮੌਕੇ ਇਸ ਸਮੇਂ ਮੰਨਿਆ ਜਾ ਰਿਹਾ ਹੈ ਕਾਫੀ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਕਾਮਿਆਂ ਦੀ ਕਮੀ ਦੇ ਕਰਕੇ, ਕਿਉਂਕਿ ਵਿਦਿਆਰਥੀ ਵੀ ਮੁੜ ਤੋਂ ਪੜ੍ਹਨ ਦੇ ਵਾਸਤੇ ਚਲੇ ਜਾਣਗੇ ਤੇ ਉਹ ਪਾਰਟ ਟਾਈਮ ਮੁੜ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ, ਜਿਸ ਕਰਕੇ ਕਾਮਿਆਂ ਦੀ ਹੋਰ ਜ਼ਿਆਦਾ ਲੋੜ ਪਵੇਗੀ। ਤਾਂ ਦੂਜੇ ਪਾਸੇ ਜਿਵੇਂ ਕਿ ਸਤੰਬਰ ਤੋਂ ਹਦਾਇਤਾਂ ਹਟਾਉਣ ਦੇ ਵਾਸਤੇ ਫੈਸਲਾ ਲਿਆ ਜਾ ਰਿਹਾ ਹੈ ਕਿ ਵੱਖੋ ਵੱਖਰੇ ਦੇਸ਼ਾਂ ਤੋਂ ਜਿਹੜੇ ਯਾਤਰੀ ਨੇ ਉਹ 7 ਸਤੰਬਰ ਤੋਂ ਕੈਨੇਡਾ ਵਿੱਚ ਆ ਸਕਦੇ ਨੇ ਜਿਨ੍ਹਾਂ ਨੇ ਟੀਕੇ ਲਗਵਾਏ ਹੋਏ ਨੇ। ਤਾਂ ਮੰਨਿਆ ਜਾ ਰਿਹਾ ਹੈ ਕਿ ਇਸ ਮੌਕੇ ਕਾਫੀ ਚੁਣੌਤੀਆਂ ਦਾ ਜਿੱਥੇ ਇੱਕ ਪਾਸੇ ਸਾਹਮਣਾ ਵਪਾਰਾਂ ਨੂੰ ਵੀ ਕਰਨਾ ਪੈ ਰਿਹਾ ਹੈ, ਤਾਂ ਨਾਲ ਹੀ ਯਾਤਰੀਆਂ ਦੀ ਆਮਦ ਦੇ ਨਾਲ ਉਹਨਾਂ ਨੂੰ ਫਾਇਦਾ ਵੀ ਹੋਵੇਗਾ। ਜਿਵੇਂ ਇੱਕ ਪਾਸੇ ਬਹੁ ਗਿਣਤੀ ਲੋਕਾਂ ਦੇ ਵੱਲੋਂ ਤਾਂ ਮੰਗ ਕੀਤੀ ਜਾ ਰਹੀ ਹੈ ਕਿ ਹਦਾਇਤਾਂ ਨੂੰ ਹਟਾਇਆ ਜਾਵੇ, ਕੋਵਿਡ-19 ਦੇ ਕਰਕੇ ਜੋ ਹਾਲਾਤ ਬਣੇ ਉਸ ਤੋਂ ਉਹ ਅੱਕ ਚੁੱਕੇ ਨੇ। ਤਾਂ ਦੂਜੇ ਪਾਸੇ ਐਲਬਰਟਾ ਵਿੱਚ ਅੱਜ ਵੱਖੋ ਵੱਖਰੀਆਂ ਥਾਵਾਂ ਦੇ ਉੱਤੇ ਰੈਲੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਡਾਕਟਰ, ਮਾਪੇ, ਅਧਿਆਪਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋਏ, ਜਿਨ੍ਹਾਂ ਦੇ ਵੱਲੋਂ ਐਡਮੰਟਨ, ਕੈਲਗਰੀ ਤੇ ਹੋਰ ਸ਼ਹਿਰਾਂ ਦੇ ਵਿੱਚ ਰੈਲੀਆਂ ਕੀਤੀਆਂ ਗਈਆਂ ਤੇ ਇਹ ਮੰਗ ਕੀਤੀ ਗਈ ਕਿ ਹਦਾਇਤਾਂ ਨੂੰ ਇੱਕਦਮ ਨਾ ਹਟਾਇਆ ਜਾਵੇ। ਜਿਵੇਂ ਕਿ ਐਲਬਰਟਾ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਜਲਦ ਹੀ ਉਹ ਪੂਰੀ ਤਰ੍ਹਾਂ ਹਦਾਇਤਾਂ ਹਟਾ ਰਹੇ ਨੇ, ਜਿਸ ਦੇ ਵਿੱਚ ਕੁਆਰੰਟੀਨ ਕੀਤੇ ਜਾਣ ਦੀ ਜਿਹੜੀ ਲਾਜ਼ਮੀ ਹਦਾਇਤ ਹੈ ਉਸ ਨੂੰ ਵੀ ਹਟਾਏ ਜਾਣ ਦਾ ਐਲਾਨ ਕੀਤਾ ਗਿਆ ਕਿ ਜੇਕਰ ਕਿਸੇ ਦੇ ਵਿੱਚ ਕੋਵਿਡ-19 ਦੇ ਲੱਛਣ ਪਾਏ ਜਾਂਦੇ ਨੇ ਤਾਂ ਉਹਨਾਂ ਨੂੰ 14 ਦਿਨ ਦੇ ਵਾਸਤੇ ਕੁਆਰੰਟੀਨ ਦੇ ਵਾਸਤੇ ਕਿਹਾ ਜਾਂਦਾ ਸੀ, ਤਾਂ ਉਸ ਦੀ ਵੀ ਲੋੜ ਨਹੀਂ ਪਵੇਗੀ। ਤਾਂ ਇਸ ਦੇ ਖਿਲਾਫ ਵੱਡੀ ਗਿਣਤੀ ਲੋਕ ਸੜਕਾਂ ਦੇ ਉੱਤੇ ਉਤਰੇ, ਜਿਨ੍ਹਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਸਰਕਾਰ ਤੋਂ ਮੰਗ ਕੀਤੀ ਗਈ ਕਿ ਇੰਨੀ ਜਲਦੀ ਇਹਨਾਂ ਹਦਾਇਤਾਂ ਨੂੰ ਨਾ ਹਟਾਇਆ ਜਾਵੇ, ਜਿਸ ਦੇ ਵਿੱਚ ਵਾਸਤਾ ਦਿੱਤਾ ਗਿਆ ਜਿਹੜੇ ਕਿ ਡਾਕਟਰ ਨੇ ਉਹਨਾਂ ਵੱਲੋਂ ਕਿ ਮਰੀਜ਼ਾਂ ਦੀ ਗਿਣਤੀ ਵੱਧ ਜਾਵੇਗੀ। ਤਾਂ ਦੂਜੇ ਪਾਸੇ ਮਾਪਿਆਂ ਦੇ ਵੱਲੋਂ ਤੇ ਅਧਿਆਪਕਾਂ ਦੇ ਵੱਲੋਂ ਪਰੇਸ਼ਾਨੀ ਦਾ ਪ੍ਰਗਟਾਵਾ ਕੀਤਾ ਗਿਆ ਕਿ ਬੱਚਿਆਂ ਦੇ ਵਾਸਤੇ ਵੀ ਇਹ ਖਤਰਨਾਕ ਸਾਬਤ ਹੋ ਸਕਦਾ ਹੈ, ਜਿਸ ਦੇ ਵਿੱਚ ਵੱਖੋ ਵੱਖਰੇ ਕਾਰਨ ਦੱਸੇ ਗਏ ਨੇ ਤੇ ਐਲਬਰਟਾ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇੱਕਦਮ ਹਦਾਇਤਾਂ ਨੂੰ ਪੂਰੀ ਤਰ੍ਹਾਂ ਹਟਾਉਣ ਦੇ ਬਾਰੇ ਜਿਹੜਾ ਐਲਾਨ ਕੀਤਾ ਗਿਆ ਹੈ ਉਸ ਫੈਸਲੇ ਨੂੰ ਵਾਪਸ ਲਿਆ ਜਾਵੇ ਤੇ ਅਜਿਹਾ ਨਾ ਕੀਤਾ ਜਾਵੇ। ਤਾਂ ਹੁਣ ਅਗਲੀ ਖਬਰ ਹੈ ਕਿ ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਦੇ ਵਾਸਤੇ ਗ੍ਰਾਂਟ ਨੂੰ ਲੈ ਕੇ ਜਿਹੜੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ ਉਹ ਕੱਲ੍ਹ ਤੋਂ ਲਾਗੂ ਹੋ ਰਿਹਾ ਹੈ। ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਦੇ ਲਈ ਜੋ ਐਲਾਨ ਕੀਤਾ ਸੀ ਉਹਨਾਂ ਵਿੱਚੋਂ 1 ਅਗਸਤ 1 ਤੋਂ ਲਾਗੂ ਹੋ ਰਿਹਾ ਹੈ, ਯਾਨੀ ਕਿ ਕੱਲ ਤੋਂ, ਜਿਸ ਦੇ ਬਾਰੇ ਹੁਣ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪਿਛਲੇ ਸਾਲ ਕੈਨੇਡਾ ਸਰਕਾਰ ਨੇ ਕੈਨੇਡਾ ਸਟੂਡੈਂਟ ਗ੍ਰਾਂਟ ਨੂੰ ਦੁੱਗਣਾ ਕਰ ਦਿੱਤਾ ਸੀ, ਜੋ ਕਿ ਸਾਲ 2020 ਤੇ 21 ਦੇ ਸਕੂਲ ਦੇ ਸਾਲ ਦੇ ਵਾਸਤੇ ਸੀ, ਜਿਸ ਦੇ ਵਾਸਤੇ ਇਹ ਤੈਅ ਕੀਤਾ ਗਿਆ ਕਿ ਵੱਧ ਤੋਂ ਵੱਧ $6,000 ਤੱਕ ਫੁੱਲ ਟਾਈਮ ਸਟੂਡੈਂਟਸ ਦੇ ਵਾਸਤੇ ਤੇ $10,000 ਤੱਕ ਉਹਨਾਂ ਦੇ ਵਾਸਤੇ ਜਿਹੜੇ ਕਿ ਡਿਸੇਬਿਲਿਟੀਜ਼ ਦੇ ਨਾਲ ਨੇ ਵਿਦਿਆਰਥੀ, ਯਾਨੀ ਕਿ ਜਿਨ੍ਹਾਂ ਵਿੱਚੋਂ ਜੇਕਰ ਕੋਈ ਅਪਾਹਜ ਹੈ ਉਹਨਾਂ ਦੇ ਵਾਸਤੇ ਗ੍ਰਾਂਟ ਨੂੰ ਲੈ ਕੇ ਇਹ ਐਲਾਨ ਕੀਤਾ ਗਿਆ। ਅਗਸਤ 1 ਤੋਂ ਲਾਗੂ ਹੋ ਰਿਹਾ ਹੈ ਕਿ ਜੋ ਦੁੱਗਣਾ ਕੀਤਾ ਗਿਆ ਗ੍ਰਾਂਟਸ ਨੂੰ ਉਸ ਦੇ ਸਮੇਂ ਦੇ ਵਿੱਚ ਜੁਲਾਈ 2023 ਤੱਕ ਦਾ ਵਾਅਦਾ ਕਰ ਦਿੱਤਾ ਗਿਆ ਹੈ, ਜੋ ਕਿ ਕੈਨੇਡਾ ਸਰਕਾਰ ਦੇ ਵੱਲੋਂ $4.5 ਬਿਲੀਅਨ ਦੀ ਫੰਡਿੰਗ ਦਾ ਵਿਦਿਆਰਥੀਆਂ ਦੇ ਵਾਸਤੇ ਐਲਾਨ ਕੀਤਾ ਗਿਆ, ਉਸੇ ਦਾ ਹਿੱਸਾ ਹੈ। ਸਾਲ 2021 ਦੇ ਵਾਸਤੇ ਜਿਹੜਾ ਬਜਟ ਐਲਾਨਿਆ ਗਿਆ ਉਸ ਦਾ ਵੀ ਇਹ ਹਿੱਸਾ ਸੀ ਜੋ ਕੈਨੇਡਾ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ, ਜਿਸ ਦੇ ਬਾਰੇ ਇੱਕ ਬਿਆਨ ਇੰਪਲੋਇਮੈਂਟ ਮਿਨਿਸਟਰ ਕਾਰਲਾ ਦੇ ਵੱਲੋਂ ਵੀ ਜਾਰੀ ਕੀਤਾ ਗਿਆ, ਜਿਨ੍ਹਾਂ ਨੇ ਕਿਹਾ ਕਿ ਪੋਸਟ ਸੈਕੰਡਰੀ ਪੜ੍ਹਾਈ ਦੇ ਵਾਸਤੇ ਇਹ ਇੱਕ ਵਧੀਆ ਮੌਕਾ ਹੈ ਜਿਸ ਦੇ ਸਾਰੇ ਹੀ ਕੈਨੇਡਾ ਵਾਸੀ ਅੱਗੇ ਵਧਣ ਦੇ ਵਾਸਤੇ ਹੱਕਦਾਰ ਨੇ। ਅਗਲੀ ਖਬਰ ਕਾਫੀ ਮੰਦਭਾਗੀ ਖਬਰ ਹੈ ਜੋ ਕਿ ਟੋਰਾਂਟੋ ਤੋਂ ਸਾਹਮਣੇ ਆਈ ਹੈ। ਸਕਾਰਬਰੋ ਖੇਤਰ ਦੇ ਵਿੱਚ ਪਾਰਕਿੰਗ ਲਾਟ ਦੇ ਵਿੱਚ ਇੱਕ ਥਾਂ ਦੇ ਉੱਤੇ 2 ਸਾਲ ਦੇ ਬੱਚੇ ਦੀ ਹਾਦਸੇ ਦੇ ਵਿੱਚ ਜਾਨ ਚਲੀ ਗਈ। ਸਕਾਰਬਰੋ ਦੇ ਵਿੱਚ ਸ਼ਨੀਵਾਰ ਦੀ ਸ਼ਾਮ ਨੂੰ ਕਾਫੀ ਦੁਖਦਾਈ ਹਾਦਸਾ ਵਾਪਰਿਆ ਹੈ ਜਦੋਂ ਇੱਕ 2 ਸਾਲ ਦੇ ਬੱਚੇ ਦੀ ਜਾਨ ਚਲੀ ਗਈ। ਦਰਅਸਲ ਪਾਰਕਿੰਗ ਲਾਟ ਦੇ ਵਿੱਚ ਇੱਕ ਗੱਡੀ ਦਾਖਲ ਹੋ ਰਹੀ ਸੀ ਕਿ ਬੱਚੇ ਦੀ ਗੱਡੀ ਨਾਲ ਟੱਕਰ ਹੋ ਗਈ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਇਸ ਦੇ ਬਾਰੇ ਪੂਰੀ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਸ਼ਾਮੀ 5 ਵਜੇ ਦੇ ਕਰੀਬ ਅੱਜ ਮਾਰਕਮ ਰੋਡ ਤੇ ਮੈਕਨਿਕੋਲ ਐਵੇਨਿਊ ਦੇ ਉੱਤੇ ਬੁਲਾਇਆ ਗਿਆ ਸੀ। ਜਦੋਂ ਉਹ ਮੌਕੇ ਦੇ ਉੱਤੇ ਪਹੁੰਚੇ ਤਾਂ ਉੱਥੇ ਜੋ ਬੱਚਾ ਮੌਜੂਦ ਸੀ ਉਸ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ, ਜਿਸ ਨੂੰ ਬਚਾਉਣ ਦੀ ਉਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਪਰ ਬੱਚੇ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ, ਜਿਸ ਦੇ ਬਾਰੇ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਜਿਸ ਗੱਡੀ ਦੇ ਨਾਲ ਬੱਚੇ ਦੀ ਟੱਕਰ ਹੋਈ ਗੱਡੀ ਦਾ ਡਰਾਈਵਰ ਮੌਕੇ ਤੇ ਮੌਜੂਦ ਰਿਹਾ ਤੇ ਜਾਂਚ ਦੇ ਵਿੱਚ ਸਹਿਯੋਗ ਦੇ ਰਿਹਾ ਹੈ, ਜਿਸ ਦੇ ਬਾਰੇ ਪੁਲਿਸ ਨੇ ਦੱਸਿਆ ਕਿ ਮਾਰਕਮ ਰੋਡ ਤੋਂ ਪਾਰਕਿੰਗ ਲਾਟ ਦੇ ਵਿੱਚ ਵਾਹਨ ਦਾਖਲ ਹੋ ਰਿਹਾ ਸੀ ਜਦੋਂ ਦੂਜੇ ਪਾਸੇ ਆਪਣੇ ਮਾਪਿਆਂ ਦੇ ਨਾਲ ਬੱਚਾ
ਸਟੋਰ ਤੋਂ ਬਾਹਰ ਆ ਰਿਹਾ ਸੀ ਤਾਂ ਇੱਕਦਮ ਗੱਡੀ ਤੇ ਬੱਚੇ ਦੀ ਟੱਕਰ ਹੋ ਗਈ। ਇਸ ਮੌਕੇ ਅਧਿਕਾਰੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਮਾਪਿਆਂ ਨੂੰ ਇਸ ਸਮੇਂ ਕਾਫੀ ਜ਼ਿਆਦਾ ਧਿਆਨ ਦੇਣ ਦੀ ਲੋੜ ਹੁੰਦੀ ਹੈ ਕਿ ਬੱਚਾ ਇੱਕਦਮ ਜਦੋਂ ਕਿਸੇ ਥਾਂ ਤੋਂ ਬਾਹਰ ਜਾਂਦਾ ਹੈ ਜਾਂ ਸੜਕ ਦੇ ਉੱਤੇ ਜਾਂਦਾ ਹੈ ਤਾਂ ਉਸ ਮੌਕੇ ਉਸ ਦੇ ਉੱਤੇ ਧਿਆਨ ਦਿੱਤਾ ਜਾਵੇ ਕਿ ਉਹ ਹਾਦਸੇ ਦਾ ਸ਼ਿਕਾਰ ਨਾ ਹੋ ਜਾਵੇ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਹੋ ਰਿਹਾ ਹੈ ਇਸ ਮਾਮਲੇ ਦੀ ਜਾਣਕਾਰੀ ਦੱਸਦੇ ਹੋਏ ਤੇ ਨਾਲ ਹੀ ਹਜੇ ਤੱਕ ਉਹਨਾਂ ਦੇ ਵੱਲੋਂ ਇਹ ਨਹੀਂ ਕਿਹਾ ਗਿਆ ਕਿ ਜਿਸ ਗੱਡੀ ਦੀ ਬੱਚੇ ਨਾਲ ਟੱਕਰ ਹੋਈ ਹੈ ਉਸ ਗੱਡੀ ਦੇ ਡਰਾਈਵਰ ਦਾ ਕੋਈ ਕਸੂਰ ਹੈ ਜਾਂ ਨਹੀਂ। ਨਾ ਹੀ ਇਸ ਦੇ ਵਿੱਚ ਇਹ ਦੱਸਿਆ ਗਿਆ ਕਿ ਉਸ ਦੇ ਉੱਤੇ ਕੋਈ ਮਾਮਲਾ ਦਰਜ ਹੋਵੇਗਾ ਜਾਂ ਨਹੀਂ। ਜਿਨ੍ਹਾਂ ਨੇ ਸਿਰਫ ਇਹ ਕਿਹਾ ਕਿ ਮਾਮਲੇ ਦੀ ਉਹ ਜਾਂਚ ਕਰ ਰਹੇ ਨੇ, ਜਿਸ ਤੋਂ ਬਾਅਦ ਉਹ ਪੂਰੀ ਜਾਣਕਾਰੀ ਦੇਣਗੇ ਜਦੋਂ ਜਾਂਚ ਪੂਰੀ ਹੋ ਜਾਵੇਗੀ। ਅਗਲੀ ਖਬਰ ਨਾਰਥ ਯਾਰਕ ਖੇਤਰ ਦੇ ਵਿੱਚੋਂ ਹੈ, ਜਿੱਥੇ ਕਿ ਇੱਕ 12 ਸਾਲ ਦੇ ਬੱਚੇ ਨੂੰ ਗੋਲੀ ਲੱਗੀ। ਦਰਅਸਲ ਕੱਲ ਰਾਤ 11 ਵਜੇ ਦੇ ਕਰੀਬ ਦਾ ਇਹ ਮਾਮਲਾ ਹੈ, ਜਦੋਂ ਇੱਕ ਖੇਡ ਦੇ ਮੈਦਾਨ ਦੇ ਕੋਲ ਕੁਝ ਸ਼ੱਕੀ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਉਹ ਗੋਲੀ ਉਸ ਸਮੇਂ 12 ਸਾਲ ਦੇ ਬੱਚੇ ਨੂੰ ਲੱਗ ਗਈ, ਜੋ ਕਿ ਜ਼ਖਮੀ ਸੀ ਤੇ ਗੰਭੀਰ ਸੀ ਉਸ ਦੀ ਹਾਲਤ, ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਸ ਦੇ ਬਾਰੇ ਅੱਜ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪਰ ਇਸ ਮੌਕੇ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਬਾਰੇ ਹਜੇ ਤੱਕ ਕੁਝ ਨਹੀਂ ਪਤਾ ਲੱਗ ਸਕਿਆ। ਪੁਲਿਸ ਨੇ ਕਿਹਾ ਕਿ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਜੇਕਰ ਇਸ ਦੇ ਉੱਤੇ ਕੋਈ ਹੋਰ ਜਾਣਕਾਰੀ ਸਾਹਮਣੇ ਆਵੇਗੀ ਤਾਂ ਉਹ ਦੱਸਣਗੇ। ਅਗਲੀ ਖਬਰ ਹੈ ਕਿ ਜਿਵੇਂ ਤੁਹਾਨੂੰ ਪਹਿਲਾਂ ਵੀ ਜਾਣਕਾਰੀ ਦਿੱਤੀ ਸੀ ਕਿ ਰੈਜ਼ੀਡੈਂਸ਼ੀਅਲ ਸਕੂਲ ਜਿਨ੍ਹਾਂ ਦੇ ਵਿੱਚ ਕੈਨੇਡਾ ਦੇ ਮੂਲ ਨਿਵਾਸੀਆਂ ਦੇ ਬੱਚਿਆਂ ਨੂੰ ਜਬਰੀ ਪਾਇਆ ਜਾਂਦਾ ਸੀ, ਪੜ੍ਹਨ ਦੇ ਵਾਸਤੇ ਉੱਥੇ ਹੀ ਉਹਨਾਂ ਨੂੰ ਰੱਖਿਆ ਜਾਂਦਾ ਸੀ ਤੇ ਉਸ ਮੌਕੇ ਉਹਨਾਂ ਦੇ ਉੱਤੇ ਜ਼ੁਲਮ ਹੋਏ, ਜਿਨ੍ਹਾਂ ਦੇ ਪਿੰਜਰ ਵੀ ਮਿਲੇ ਤੇ ਇਸੇ ਨੂੰ ਲੈ ਕੇ ਹੁਣ ਮੂਲ ਨਿਵਾਸੀਆਂ ਦੇ ਵੱਲੋਂ ਤੇ ਉਹਨਾਂ ਨੂੰ ਸਮਰਥਨ ਦੇਣ ਵਾਲੇ ਨੇ ਜੋ ਉਹਨਾਂ ਦੇ ਵੱਲੋਂ ਕੈਨੇਡਾ ਭਰ ਦੇ ਵਿੱਚ ਅੱਜ ਵੀ ਰੈਲੀਆਂ ਕੀਤੀਆਂ ਗਈਆਂ। ਮੰਗ ਕੀਤੀ ਜਾ ਰਹੀ ਹੈ ਕਿ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਮੂਲ ਨਿਵਾਸੀਆਂ ਦੇ ਬੱਚਿਆਂ ਦੇ ਨਾਲ ਜੋ ਮਾੜਾ ਵਤੀਰਾ ਹੋਇਆ ਉਸ ਦੇ ਉੱਤੇ ਇਸ ਸਮੇਂ ਜਾਂਚ ਖੋਲੀ ਜਾਵੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਾਂਚ ਖੋਲੀ ਜਾਵੇ ਤੇ ਪੂਰੇ ਮਾਮਲੇ ਦੇ ਉੱਤੇ ਜਾਂਚ ਕੀਤੀ ਜਾਵੇ ਤੇ ਇਸ ਦੇ ਲਈ ਜ਼ਿੰਮੇਵਾਰ ਕੌਣ ਹੈ ਉਸ ਦੇ ਬਾਰੇ ਵੀ ਪੂਰਾ ਜਿਹੜਾ ਐਲਾਨ ਹੋਵੇ ਤੇ ਅੱਗੇ ਪੂਰੀ ਪ੍ਰਕਿਰਿਆ ਚੱਲੇ, ਜਿਸ ਦੇ ਬਾਰੇ ਮੂਲ ਨਿਵਾਸੀਆਂ ਦੇ ਵੱਲੋਂ ਜ਼ਿਕਰ ਵੀ ਕੀਤਾ ਗਿਆ ਤੇ ਵੱਖੋ-ਵੱਖਰੀਆਂ ਥਾਵਾਂ ਦੇ ਉੱਤੇ ਮੰਗ ਕੀਤੀ ਗਈ, ਜਿਸ ਮੰਗ ਨੂੰ ਲੈ ਕੇ ਰਾਜਧਾਨੀ ਓਟਵਾ ਦੇ ਵਿੱਚ ਵੀ ਰੈਲੀ ਕੀਤੀ ਗਈ। ਵੈਨਕੂਵਰ ਦੇ ਵਿੱਚ ਵੀ ਇਹ ਰੈਲੀ ਹੋਈ ਤੇ ਵੱਖੋ-ਵੱਖਰੇ ਸੂਬਿਆਂ ਦੇ ਵੱਖੋ-ਵੱਖਰੇ ਵੱਡੇ ਸ਼ਹਿਰਾਂ ਦੇ ਵਿੱਚ ਇਹ ਰੈਲੀਆਂ ਅੱਜ ਕੀਤੀਆਂ ਗਈਆਂ ਨੇ ਤੇ ਐਤਵਾਰ ਨੂੰ ਵੀ ਇਸ ਸੰਬੰਧੀ ਰੈਲੀਆਂ ਹੋਣਗੀਆਂ, ਇਸ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਹੁਣ ਅਗਲੀ ਖਬਰ ਦੇ ਵੱਲ ਰੁਖ ਕਰਾਂਗੇ। ਸਰੀ ਦੇ ਵਿੱਚੋਂ ਇੱਕ ਪੰਜਾਬੀ ਵਿਅਕਤੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਸਰੀ RCMP ਨੇ ਜਿਨ੍ਹਾਂ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ। ਸਰੀ RCMP ਨੇ ਜਸਕਰਨ ਸੰਧੂ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਹੈ, ਜੋ ਕਿ ਸਰੀ ਦਾ ਰਹਿਣ ਵਾਲਾ ਵਿਅਕਤੀ ਹੈ, ਜਿਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਸਵੇਰੇ 11:30 ਵਜੇ 30 ਜੁਲਾਈ ਦੇ ਦਿਨ ਆਖਰੀ ਵਾਰ ਉਹਨਾਂ ਨੂੰ ਦੇਖਿਆ ਗਿਆ, ਜੋ ਕਿ 122 ਬਲਾਕ ਤੇ 96A ਐਵੇਨਿਊ ਸਰੀ ਦੇ ਵਿੱਚ ਉਸ ਖੇਤਰ ਵਿੱਚ ਉਹਨਾਂ ਦੀ ਰਿਹਾਇਸ਼ ਹੈ, ਜਿੱਥੇ ਤੋਂ ਉਹਨਾਂ ਨੂੰ ਜਾਂਦੇ ਹੋਏ ਆਖਰੀ ਵਾਰ ਦੇਖਿਆ ਗਿਆ, ਜਿਸ ਤੋਂ ਬਾਅਦ ਕਿਸੇ ਨੇ ਨਹੀਂ ਦੇਖਿਆ। ਜਸਕਰਨ ਸੰਧੂ ਲਾਪਤਾ ਹੈ, ਜਿਨ੍ਹਾਂ ਦੀ ਉਮਰ 52 ਸਾਲ ਦੱਸੀ ਗਈ ਹੈ ਤੇ ਸਾਊਥ ਏਸ਼ੀਅਨ ਮੇਲ ਹੈ, ਜਿਸ ਦੇ ਬਾਰੇ ਸਰੀ RCMP ਨੇ ਜਾਣਕਾਰੀ ਦਿੱਤੀ ਹੈ। 5 ਫੁੱਟ 6 ਇੰਚ ਦੇ ਕਰੀਬ ਉਹਨਾਂ ਦਾ ਕੱਦ ਹੈ, ਜਿਨ੍ਹਾਂ ਦੇ ਕਾਲੇ ਛੋਟੇ ਵਾਲ ਨੇ, ਪੂਰੀਆਂ ਅੱਖਾਂ ਨੇ ਤੇ ਕਾਲੀ ਦਾੜੀ ਹੈ। 2 ਤਸਵੀਰਾਂ ਪੁਲਿਸ ਨੇ ਸਾਂਝੀਆਂ ਕੀਤੀਆਂ ਨੇ, ਜਿਸ ਦੇ ਵਿੱਚ ਦੱਸਿਆ ਗਿਆ ਕਿ ਆਖਰੀ ਵਾਰ ਕਾਲੇ ਰੰਗ ਦੀ ਟੀ-ਸ਼ਰਟ ਤੇ ਗ੍ਰੇ ਰੰਗ ਦੇ ਸ਼ਾਰਟਸ ਪਾਏ ਹੋਏ ਸੀ, ਸਫੇਦ ਤੇ ਕਾਲੇ ਬੂਟ ਪਾਏ ਹੋਏ ਸੀ ਜਦੋਂ ਆਖਰੀ ਵਾਰ ਜਸਕਰਨ ਸੰਧੂ ਨੂੰ ਦੇਖਿਆ ਗਿਆ, ਜਿਨ੍ਹਾਂ ਦੀ ਸਿਹਤ ਨੂੰ ਲੈ ਕੇ ਪੁਲਿਸ ਤੇ ਉਹਨਾਂ ਦੇ ਪਰਿਵਾਰ ਨੂੰ ਚਿੰਤਾ ਹੋ ਰਹੀ ਹੈ, ਜਿਨ੍ਹਾਂ ਨੂੰ ਲੱਭਣ ਦੇ ਵਾਸਤੇ ਸਹਿਯੋਗ ਦੀ ਮੰਗ ਕੀਤੀ ਗਈ ਹੈ, ਜਿਨ੍ਹਾਂ ਬਾਰੇ ਦੱਸਿਆ ਗਿਆ ਹੈ ਕਿ ਉਹ ਬਿਮਾਰ ਵੀ ਨੇ ਤੇ ਅਜਿਹਾ ਕਦੀ ਨਹੀਂ ਹੋਇਆ ਕਿ ਜਸਕਰਨ ਸੰਧੂ ਆਪਣੇ ਘਰ ਤੋਂ ਦੂਰ ਕਿਤੇ ਗਏ ਹੋਣ ਕਿਸੇ ਨੂੰ ਬਿਨਾਂ ਦੱਸੇ। ਸਰੀ RCMP ਨੇ ਕਿਹਾ ਕਿ ਜੇਕਰ ਕਿਸੇ ਨੂੰ ਵੀ ਜਸਕਰਨ ਸੰਧੂ ਦੇ ਬਾਰੇ ਕਿਤੇ ਵੀ ਕੋਈ ਜਾਣਕਾਰੀ ਮਿਲੇ ਤਾਂ 604 5990 502 ਤੇ ਸੰਪਰਕ ਕੀਤਾ ਜਾ ਸਕਦਾ ਹੈ। ਹੁਣ ਅਗਲੀ ਖਬਰ ਹੈ ਕਿ ਫਰੋਜ਼ਨ ਫਰੂਟ ਜਿਨ੍ਹਾਂ ਵੱਲੋਂ ਲਏ ਜਾਂਦੇ ਨੇ, ਖਾਸ ਤੌਰ ਤੇ ਉਹਨਾਂ ਦੇ ਵਾਸਤੇ ਜਾਣਕਾਰੀ ਹੈ। ਸਿਹਤ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ, ਹੈਪੇਟਾਈਟਸ A ਦੀ ਵਾਇਰਸ ਦੀ ਮੌਜੂਦਗੀ ਹੋ ਸਕਦੀ ਹੈ। ਫਰੋਜ਼ਨ ਮੈਂਗੋਜ਼ ਯਾਨੀ ਕਿ ਫਰੋਜ਼ਨ ਅੰਬ ਨੇ, ਜਿਨ੍ਹਾਂ ਦੇ ਪੈਕੇਟ ਜਿਨ੍ਹਾਂ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਤੁਹਾਨੂੰ ਪੂਰੇ ਵਿਸਥਾਰ ਦੇ ਵਿੱਚ ਦੱਸਦੇ ਹਾਂ ਕਿ ਆਖਿਰ ਉਹ ਕਿਹੜੇ ਪੈਕੇਟ ਨੇ, ਕਿਹੜੇ ਪ੍ਰੋਡਕਟ ਨੇ ਜਿਹੜੇ ਕਿ ਮਾਰਕੀਟ ਵਿੱਚੋਂ ਵਾਪਸ ਮੰਗਵਾਏ ਗਏ ਨੇ, ਜਿਨ੍ਹਾਂ ਨੂੰ ਖਾਣ ਤੋਂ ਸਾਫ਼ ਇਨਕਾਰ ਕੀਤਾ ਗਿਆ ਹੈ ਕਿ ਜੇਕਰ ਤੁਹਾਡੇ ਕੋਲ ਇਹ ਮੌਜੂਦ ਨੇ ਤਾਂ ਤੁਰੰਤ ਸੁੱਟ ਦਿੱਤੇ ਜਾਣ ਜਾਂ ਫਿਰ ਵਾਪਸ ਕਰ ਦਿੱਤੇ ਜਾਣ। ਕੈਨੇਡਾ ਭਰ ਵਿੱਚ ਚੇਤਾਵਨੀ ਜਾਰੀ ਕੀਤੀ ਗਈ ਹੈ, ਜਿਸ ਦੇ ਬਾਰੇ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ
ਇਸ ਦੇ ਨਾਲ ਹੀ ਕੈਨੇਡਾ ਦੇ ਸਿਹਤ ਵਿਭਾਗ ਨੇ ਵੀ ਸਾਰੇ ਹੀ ਕੈਨੇਡਾ ਵਾਸੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਨੇਚਰਸ ਟੱਚ ਫਰੋਜ਼ਨ ਫੂਡ ਇਨਕੋਰਪੋਰੇਸ਼ਨ ਕੰਪਨੀ ਦੇ ਵੱਲੋਂ ਮਾਰਕੀਟ ਦੇ ਵਿੱਚ ਵੇਚੇ ਗਏ ਫਰੋਜ਼ਨ ਮੈਂਗੋਜ਼ ਉਹਨਾਂ ਨੂੰ ਵਾਪਸ ਮੰਗਵਾਇਆ ਜਾ ਰਿਹਾ ਹੈ ਕਿਉਂਕਿ ਉਸ ਦੇ ਵਿੱਚ ਹੈਪੇਟਾਈਟਿਸ A ਵਾਇਰਸ ਦੀ ਮੌਜੂਦਗੀ ਪਾਈ ਗਈ ਹੈ। ਜਾਣਕਾਰੀ ਦਿੱਤੀ ਗਈ ਹੈ ਕਿ ਕਿਸੇ ਦੇ ਵੱਲੋਂ ਵੀ ਇਹ ਅੰਬ ਨਾ ਖਾਦੇ ਜਾਣ। ਇਹ ਫਰੋਜ਼ਨ ਅੰਬ ਨੇ ਜਿਨ੍ਹਾਂ ਨੂੰ ਪੈਕੇਟਸ ਦੇ ਵਿੱਚ ਪੈਕ ਕਰਕੇ ਵੇਚਿਆ ਜਾਂਦਾ ਹੈ। ਜਿਸ ਦੇ ਬਾਰੇ ਜੋ ਜਾਣਕਾਰੀ ਪੂਰੀ ਦਿੱਤੀ ਗਈ ਹੈ ਉਸ ਦੇ ਵਿੱਚ ਪਹਿਲਾ ਹੈ ਕਿ ਨੇਚਰਸ ਟੱਚ ਨਾਮ ਹੈ, ਉਸ ਦੇ ਉੱਤੇ ਲਿਖਿਆ ਹੋਇਆ 2 ਕਿਲੋ ਦੀ ਪੈਕਿੰਗ ਹੈ। ਦੂਜਾ ਹੈ ਕੰਪਲੀਮੈਂਟਸ ਨਾਮ ਲਿਖਿਆ ਹੋਇਆ ਹੈ। ਮੈਂਗੋ ਮਾਨੀਆ ਉਸ ਦਾ ਨਾਮ ਹੈ ਉੱਤੇ ਪ੍ਰੋਡਕਟ ਤੇ 600 ਗ੍ਰਾਮ ਦੀ ਪੈਕਿੰਗ ਹੈ। ਇੱਕ ਹੈ ਇਰਰੈਸਿਸਟੇਬਲਸ ਲਿਖਿਆ ਹੋਇਆ ਉਸ ਦੇ ਉੱਤੇ ਤੇ ਮੈਂਗੋ ਚੰਕਸ ਨੇ ਉਹ ਤੇ ਉਸ ਦੀ ਵੀ 600 ਗ੍ਰਾਮ ਦੀ ਪੈਕਿੰਗ ਹੈ। ਤੇ ਇੱਕ ਪ੍ਰੈਜ਼ੀਡੈਂਟਸ ਚੋਇਸ ਨਾਮ ਲਿਖਿਆ ਹੋਇਆ ਹੈ, ਉਸ ਦੇ ਉੱਤੇ ਮੈਂਗੋ ਚੰਕਸ ਹੀ ਲਿਖਿਆ ਹੋਇਆ, ਉਹ ਮੈਂਗੋ ਚੰਕਸ ਨੇ ਤੇ 600 ਗ੍ਰਾਮ ਦੀ ਪੈਕਿੰਗ ਹੈ ਉਸ ਦੀ। ਉਸ ਤੇ UPC ਤੇ ਨਾਲ ਹੀ ਕੋਡਸ ਕਿ ਕਿਹੜੀ ਤਰੀਕ ਤੋਂ ਪਹਿਲਾਂ ਇਹ ਠੀਕ ਨੇ, ਜੋ ਐਕਸਪਾਇਰੀ ਤਰੀਕ ਲਿਖੀ ਹੁੰਦੀ ਹੈ ਉਹ ਵੀ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ। ਤੇ ਜਿਹੜੀਆਂ ਪੈਕਿੰਗਸ ਤੁਹਾਨੂੰ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਸਿਹਤ ਵਿਭਾਗ ਨੇ ਸਾਂਝੀਆਂ ਕੀਤੀਆਂ ਨੇ, ਜਿਸ ਦੇ ਵਿੱਚ ਜਦੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਤਾਂ ਇਹ ਵੀ ਦੱਸਿਆ ਗਿਆ ਹੈ ਕਿ ਇਸ ਨੂੰ ਖਾਣ ਦੇ ਨਾਲ ਬਿਮਾਰ ਹੋਣ ਦੇ ਮਾਮਲੇ ਵੀ ਸਾਹਮਣੇ ਆਏ ਨੇ ਤੇ ਇਸ ਦੇ ਨਾਲ ਹੀ ਮਾਰਕੀਟ ਦੇ ਵਿੱਚੋਂ ਇਹਨਾਂ ਪ੍ਰੋਡਕਟਸ ਨੂੰ ਤੁਰੰਤ ਵਾਪਸ ਮੰਗਵਾਇਆ ਜਾ ਰਿਹਾ ਹੈ। ਤੇ ਤੁਸੀਂ ਇੱਕ ਦੂਜੇ ਨੂੰ ਵੀ ਜਾਣਕਾਰੀ ਦੇ ਸਕਦੇ ਹੋ ਜੇਕਰ ਕਿਸੇ ਨੇ ਵੀ ਇਹ ਫਰੋਜ਼ਨ ਮੈਂਗੋਜ਼ ਆਪਣੇ ਘਰ ਦੇ ਵਿੱਚ ਲਿਆਂਦੇ ਨੇ ਤਾਂ ਤੁਰੰਤ ਇਹਨਾਂ ਨੂੰ ਜਾਂ ਸੁੱਟ ਦਿੱਤਾ ਜਾਵੇ ਜਾਂ ਫਿਰ ਵਾਪਸ ਕਰ ਦਿੱਤਾ ਜਾਵੇ। ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਜੇਕਰ ਤੁਸੀਂ ਇਹਨਾਂ ਨੂੰ ਖਾਣ ਤੋਂ ਬਾਅਦ ਬਿਮਾਰ ਮਹਿਸੂਸ ਕਰ ਰਹੇ ਹੋ ਤਾਂ ਤੁਰੰਤ ਆਪਣੇ ਫੈਮਿਲੀ ਡਾਕਟਰ ਦੇ ਨਾਲ ਸੰਪਰਕ ਕਰੋ। ਅਧਿਕਾਰੀਆਂ ਨੇ ਕਿਹਾ ਕਿ ਜੇਕਰ ਭੋਜਨ ਦੇ ਵਿੱਚ ਹੈਪੇਟਾਈਟਿਸ A ਵਾਇਰਸ ਹੋਵੇ ਤਾਂ ਉਹ ਦਿਖਾਈ ਨਹੀਂ ਦਿੰਦਾ ਕਿ ਨਾ ਭੋਜਨ ਖਰਾਬ ਹੁੰਦਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਬਦਬੂ ਆਉਂਦੀ ਹੈ। ਜਿਸ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜਦੋਂ ਅਜਿਹੇ ਭੋਜਨ ਨੂੰ ਖਾ ਲਿਆ ਜਾਵੇ ਜਿਸ ਦੇ ਵਿੱਚ ਹੈਪੇਟਾਈਟਿਸ A ਦਾ ਵਾਇਰਸ ਹੋਵੇ ਤਾਂ ਕਈ ਵਾਰ 15 ਤੋਂ 50 ਦਿਨ ਦੇ ਵਿੱਚ ਲੱਛਣ ਦਿਖਾਈ ਦੇਣ ਲੱਗਦੇ ਨੇ ਵਿਅਕਤੀ ਵਿੱਚ ਕਿ ਉਹ ਬਿਮਾਰ ਹੋਣ ਲੱਗਦਾ ਹੈ। ਕਈ ਲੋਕ ਆਪਣੇ ਆਪ ਠੀਕ ਵੀ ਹੋ ਜਾਂਦੇ ਨੇ ਤੇ ਕਈ ਲੋਕ ਠੀਕ ਹੋਣ ਦੇ ਲਈ ਕਰੀਬ 6 ਮਹੀਨੇ ਦਾ ਸਮਾਂ ਲੈ ਲੈਂਦੇ ਨੇ। ਇਸ ਦੇ ਜਿਹੜੇ ਲੱਛਣ ਨੇ ਉਹ ਇਹ ਨੇ ਕਿ ਬੁਖਾਰ ਹੋ ਸਕਦਾ ਹੈ, ਨੌਜ਼ੀਆ ਹੋ ਸਕਦਾ ਹੈ, ਡਾਇਰੀਆ ਹੋ ਸਕਦਾ ਹੈ ਤੇ ਨਾਲ ਹੀ ਸਰੀਰ 'ਚ ਦਰਦ ਮਹਿਸੂਸ ਹੋ ਸਕਦਾ ਹੈ। ਅੱਖਾਂ ਦਾ ਸਫੇਦ ਹਿੱਸਾ ਪੀਲਾ ਦਿਖਾਈ ਦੇਣ ਲੱਗਦਾ ਹੈ। ਇਹ ਕੁਝ ਅਜਿਹੇ ਲੱਛਣ ਨੇ ਜੇਕਰ ਕਿਸੇ ਦੇ ਵਿੱਚ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਦੇ ਨਾਲ ਸੰਪਰਕ ਕੀਤਾ ਜਾਵੇ ਤੇ ਇਹ ਪ੍ਰੋਡਕਟ ਜੇਕਰ ਕਿਸੇ ਦੇ ਕੋਲ ਵੀ ਮੌਜੂਦ ਹੋਵੇ ਤਾਂ ਉਸ ਨੂੰ ਅੱਗੇ ਜਾਣਕਾਰੀ ਵੀ ਦਿੱਤੀ ਜਾਵੇ ਕਿ ਇਸ ਨੂੰ ਤੁਰੰਤ ਸੁੱਟਣ ਦੇ ਵਾਸਤੇ ਸਿਹਤ ਵਿਭਾਗ ਨੇ ਕਿਹਾ ਹੈ। ਇਸ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਪੁਰਨੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।